ਵਿਦਿਆਰਥੀਓ, ਤੁਹਾਨੂੰ ਜੀ ਆਇਆਂ ਕਹਿੰਦੇ ਆ ਡੀ ਪੰਜਾਬੀ 'ਤੇ। ਅੱਜ ਅਸੀਂ ਇਸ ਵੀਡੀਓ ਦੇ ਵਿੱਚ ਇੱਕ ਐਕਟੀਵਿਟੀ ਦੇ ਵਿੱਚ ਭਾਗ ਲਵਾਂਗੇ। ਇਹ ਐਕਟੀਵਿਟੀ ਹੈ ਕੁਇਜ਼ ਕੰਪੀਟੀਸ਼ਨ। ਇਸ ਕੁਇਜ਼ ਕੰਪੀਟੀਸ਼ਨ ਦੇ ਵਿੱਚ ਅਸੀਂ ਸਿਲੈਕਟ ਕੀਤਾ ਫਰਾਂਸ ਦੀ ਕ੍ਰਾਂਤੀ, ਪਾਠ ਨੰਬਰ 5। ਇਹ ਇਤਿਹਾਸ ਦਾ ਸਾਡਾ ਪਾਠ ਹੈ 9ਵੀਂ ਜਮਾਤ ਦਾ। ਅਤੇ ਇਹ ਸਲਾਈਡਾਂ ਸਾਡੇ ਲਈ ਸ਼੍ਰੀ ਪ੍ਰਭਜੋਤ ਸਿੰਘ BM ਮਲੇਰਕੋਟਲਾ 2 ਡਿਸਟ੍ਰਿਕਟ ਸੰਗਰੂਰ ਤੋਂ ਉਹਨਾਂ ਨੇ ਤਿਆਰ ਕਰਕੇ ਭੇਜੀਆਂ। ਤਾਂ ਇਸ ਐਕਟੀਵਿਟੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਜਿਹੜੀ ਹੈਗੀ ਆ, ਤੁਹਾਡੇ ਕੋਲ ਨੋਟਬੁੱਕ ਔਰ ਪੈਨ ਚਾਹੀਦਾ। ਜਿਹੜਾ ਕੁਐਸਚਨ ਤੁਹਾਨੂੰ ਇੱਥੇ ਬੋਲਿਆ ਜਾਊਗਾ ਉਹਦੀਆਂ 4 ਵਿਕਲਪ ਹੋਣਗੇ, ਉਸ ਦਾ ਇੱਕ ਸਹੀ ਉੱਤਰ ਹੋਊਗਾ। ਤਾਂ ਕੁਐਸਚਨ ਜਿਹੜਾ ਹੈਗਾ ਬੋਲਣ ਤੋਂ ਬਾਅਦ, ਪ੍ਰਸ਼ਨ ਬੋਲਣ ਤੋਂ ਬਾਅਦ ਤੁਹਾਨੂੰ ਕੁਝ ਸੈਕਿੰਡ ਜਿਹੜੇ ਹੈਗੇ ਉਹ ਰਿਵਿਊ ਕਰਨ ਲਈ ਦਿੱਤੇ ਜਾਣਗੇ। ਤਾਂ ਤੁਸੀਂ ਊੜਾ, ਐੜਾ, ਈੜੀ ਜਾਂ ਸੱਸਾ ਭਾਗ ਦੇ ਵਿੱਚੋਂ ਉਸ ਦਾ ਆਨਸਰ ਜਿਹੜਾ ਹੈਗਾ ਸਿਲੈਕਟ ਕਰਨਾ ਔਰ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਨਾ। ਤਾਂ ਇਸ ਐਕਟੀਵਿਟੀ ਦੇ ਵਿੱਚ ਸਾਰੇ ਬੱਚਿਆਂ ਨੇ ਬਹੁਤ ਧਿਆਨ ਨਾਲ ਪਾਰਟੀਸਪੇਟ ਕਰਨਾ, ਭਾਗ ਲੈਣਾ। ਤਾਂ ਕੁਇਜ਼ ਕੰਪੀਟੀਸ਼ਨ ਦੇ ਵਿੱਚ ਤੁਹਾਡੇ ਲਈ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਉਹ ਤੁਹਾਡੀ ਸਕਰੀਨ 'ਤੇ ਇਹ ਰਿਹਾ। ਪ੍ਰਸ਼ਨ ਨੰਬਰ 1, ਕ੍ਰਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ? ਕ੍ਰਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ? ਕ੍ਰਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ? ਇਸ ਦਾ ਊੜਾ ਵਿਕਲਪ ਹੈ ਸਮਾਜ ਵਿੱਚ ਅਚਨਚੇਤ ਅਤੇ ਉਗਰ ਪਰਿਵਰਤਨ। ਆੜਾ, ਸਮਾਜ ਵਿੱਚ ਕੋਈ ਪਰਿਵਰਤਨ ਨਾ ਹੋਣਾ। ਈੜੀ, ਸਮਾਜ ਵਿੱਚ ਲੜਾਈ ਹੋਣਾ। ਸੱਸਾ, ਸਮਾਜ ਵਿੱਚ ਗੁੱਟ ਬਣਨਾ। ਅਤੇ ਇਹ ਸਾਡਾ ਪਹਿਲਾ ਪ੍ਰਸ਼ਨ ਹੈ। ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦਾ ਉੱਤਰ ਜਿਹੜਾ ਹੈਗਾ ਆਪਣੀ ਨੋਟਬੁੱਕ 'ਤੇ ਨੋਟ ਕਰੋਗੇ। ਤਾਂ ਜਲਦੀ ਆਪਣੀ ਨੋਟਬੁੱਕ 'ਤੇ ਇਸ ਦਾ ਆਨਸਰ ਨੋਟ ਕਰਨਾ ਹੈ। ਕ੍ਰਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ? ਊੜਾ, ਸਮਾਜ ਵਿੱਚ ਅਚਨਚੇਤ ਅਤੇ ਉਗਰ ਪਰਿਵਰਤਨ। ਆੜਾ, ਸਮਾਜ ਵਿੱਚ ਕੋਈ ਪਰਿਵਰਤਨ ਨਾ ਹੋਣਾ। ਈੜੀ, ਸਮਾਜ ਵਿੱਚ ਲੜਾਈ ਹੋਣਾ। ਸੱਸਾ, ਸਮਾਜ ਵਿੱਚ ਗੁੱਟ ਬਣਨਾ। ਤਾਂ ਇਸ ਦਾ ਆਨਸਰ ਹੈ, ਕ੍ਰਾਂਤੀ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਸ ਦਾ ਉੱਤਰ ਹੈ ਸਮਾਜ ਵਿੱਚ ਅਚਨਚੇਤ ਅਤੇ ਉਗਰ ਪਰਿਵਰਤਨ, ਵਿਕਲਪ ਊੜਾ। ਜਿਨ੍ਹਾਂ ਬੱਚਿਆਂ ਦਾ ਇਹ ਆਨਸਰ ਠੀਕ ਹੈ ਤਾਂ ਉਸਦੇ ਤੁਸੀਂ 2 ਅੰਕ ਜਿਹੜੇ ਹੈਗੇ ਆਪਣੇ ਲਗਾ ਸਕਦੇ ਹੋ। ਤਾਂ ਨੈਕਸਟ ਪ੍ਰਸ਼ਨ ਜਿਹੜਾ ਹੈਗਾ, ਪ੍ਰਸ਼ਨ ਨੰਬਰ 2 ਤੁਹਾਡੀ ਸਕਰੀਨ 'ਤੇ ਰਿਹਾ। ਫਰਾਂਸ ਦੀ ਕ੍ਰਾਂਤੀ ਨੇ ਸੰਸਾਰ ਨੂੰ ਕਿਹੜਾ ਨਵਾਂ ਵਿਚਾਰ ਦਿੱਤਾ? ਫਰਾਂਸ ਦੀ ਕ੍ਰਾਂਤੀ ਨੇ ਸੰਸਾਰ ਨੂੰ ਕਿਹੜਾ ਨਵਾਂ ਵਿਚਾਰ ਦਿੱਤਾ? ਊੜਾ, ਸੁਤੰਤਰਤਾ। ਆੜਾ, ਸਮਾਨਤਾ। ਈੜੀ, ਭਰਾਤਰੀ-ਭਾਵ। ਸੱਸਾ, ਇਹ ਸਾਰੇ। ਫਰਾਂਸ ਦੀ ਕ੍ਰਾਂਤੀ ਨੇ ਸੰਸਾਰ ਨੂੰ ਕਿਹੜਾ ਨਵਾਂ ਵਿਚਾਰ ਦਿੱਤਾ? ਊੜਾ, ਸੁਤੰਤਰਤਾ। ਆੜਾ, ਸਮਾਨਤਾ। ਈੜੀ, ਭਰਾਤਰੀ-ਭਾਵ। ਜਾਂ ਸੱਸਾ, ਇਹ ਸਾਰੇ। ਤਾਂ ਇਸ ਦਾ ਆਨਸਰ ਤੁਸੀਂ ਨੋਟ ਕਰਨੇ ਆਪਣੀਆਂ ਨੋਟਬੁੱਕਸ 'ਤੇ। ਜਲਦੀ ਅਸੀਂ ਆਨਸਰ ਡਿਸਕਸ ਕਰਾਂਗੇ। ਫਰਾਂਸ ਦੀ ਕ੍ਰਾਂਤੀ ਨੇ ਸੰਸਾਰ ਨੂੰ ਕਿਹੜਾ ਨਵਾਂ ਵਿਚਾਰ ਦਿੱਤਾ? ਅਤੇ ਇਸ ਦਾ ਉੱਤਰ ਹੈ ਇਹ ਸਾਰੇ। ਇਸ ਦੇ ਵਿੱਚ ਸੁਤੰਤਰਤਾ, ਸਮਾਨਤਾ, ਭਰਾਤਰੀ ਭਾਵ ਜਿਹੜੇ ਹੈਗੇ, ਇਹ ਤਿੰਨੇ ਵਿਚਾਰ ਜਿਹੜੇ ਹੈਗੇ, ਇਹ ਸਾਨੂੰ 4 ਵਿਚਾਰ ਜਿਹੜੇ ਹੈਗੇ ਇਹ ਮਤਲਬ ਫਰਾਂਸ ਦੀ ਕ੍ਰਾਂਤੀ ਨੇ ਸੰਸਾਰ ਨੂੰ ਇਹ ਵਿਚਾਰ ਦਿੱਤੇ ਸੀ। ਜਿੰਨੇ ਵੀ ਆਏ ਇਹਦੇ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਦਾ ਵਿਚਾਰ ਜਿਹੜਾ ਹੈਗਾ ਇਹ ਸਾਨੂੰ ਫਰਾਂਸ ਦੀ ਕ੍ਰਾਂਤੀ ਨੇ ਦਿੱਤੇ ਸੀ। ਅਗਲਾ ਪ੍ਰਸ਼ਨ ਅਸੀਂ ਡਿਸਕਸ ਕਰਾਂਗੇ, ਤੁਹਾਡੀ ਸਕਰੀਨ 'ਤੇ ਆਉਂਦਾ ਹੈ। ਅਗਲਾ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਆਉਂਦਾ ਹੈ, ਪ੍ਰਸ਼ਨ ਨੰਬਰ 3। ਫਰਾਂਸ ਦੀ ਕ੍ਰਾਂਤੀ ਕਦੋਂ ਹੋਈ? ਫਰਾਂਸ ਦੀ ਕ੍ਰਾਂਤੀ ਕਦੋਂ ਹੋਈ? ਵਿਕਲਪ ਊੜਾ, 1759 ਈਸਵੀ ਤੋਂ 1769 ਈਸਵੀ। ਵਿਕਲਪ ਆੜਾ, 1769 ਈਸਵੀ ਤੋਂ 1779 ਈਸਵੀ। ਵਿਕਲਪ ਈੜੀ, 1779 ਈਸਵੀ ਤੋਂ 1799 ਈਸਵੀ। ਵਿਕਲਪ ਸੱਸਾ, 1799 ਈਸਵੀ ਤੋਂ 1799 ਈਸਵੀ। ਤਾਂ ਇਸ ਦਾ ਉੱਤਰ ਤੁਹਾਡੀ ਸਕਰੀਨ ਦੇ ਉੱਪਰ ਆਊਗਾ, ਤਾਂ ਜਲਦੀ ਨੋਟ ਕਰਨਾ ਹੈ। ਫਰਾਂਸ ਦੀ ਕ੍ਰਾਂਤੀ ਕਦੋਂ ਹੋਈ? ਤਾਂ ਇਸ ਦਾ ਉੱਤਰ ਹੈ 1799 ਈਸਵੀ ਤੋਂ 1799 ਈਸਵੀ। ਫਰਾਂਸ ਦੀ ਕ੍ਰਾਂਤੀ ਬਾਰੇ ਅਸੀਂ ਪੜ੍ਹਿਆ ਸੀਗਾ ਕਿ ਇਹ 10 ਸਾਲ ਜਿਹੜਾ ਹੈਗਾ ਲਗਾਤਾਰ ਇਹਨੂੰ ਲੱਗੇ ਫਰਾਂਸ ਦੇ ਵਿੱਚ ਕ੍ਰਾਂਤੀਆਂ ਨੂੰ। ਇੱਕ ਉਗਰ ਪਰਿਵਰਤਨ ਆਇਆ ਜਦੋਂ ਅਤਿਆਚਾਰ ਵੱਧ ਗਿਆ, ਤਾਂ ਉਸ ਤੋਂ ਬਾਅਦ ਤੁਰੰਤ ਬਾਅਦ ਜਿਹੜਾ ਹੈਗਾ ਇੱਕ ਉਗਰ ਪਰਿਵਰਤਨ ਆਇਆ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 4। ਫਰਾਂਸ ਦੀ ਕ੍ਰਾਂਤੀ ਦਾ ਪ੍ਰਮੁੱਖ ਕਾਰਨ ਕੀ ਸੀ? ਫਰਾਂਸ ਦੀ ਕ੍ਰਾਂਤੀ ਦਾ ਪ੍ਰਮੁੱਖ ਕਾਰਨ ਕੀ ਸੀ? ਵਿਕਲਪ ਊੜਾ, ਲੋਕਾਂ ਵਿੱਚ ਰੋਸ ਦੀ ਭਾਵਨਾ। ਵਿਕਲਪ ਆੜਾ, ਵਿਦੇਸ਼ੀ ਦੁਸ਼ਮਣ। ਵਿਕਲਪ ਈੜੀ, ਇੰਗਲੈਂਡ ਦਾ ਹਮਲਾ। ਵਿਕਲਪ ਸੱਸਾ, ਬਹੁਤ ਅਧਿਕ ਮਹਿੰਗਾਈ। ਫਰਾਂਸ ਦੀ ਕ੍ਰਾਂਤੀ ਦਾ ਪ੍ਰਮੁੱਖ ਕਾਰਨ ਕੀ ਸੀ? ਲੋਕਾਂ ਵਿੱਚ ਰੋਸ ਦੀ ਭਾਵਨਾ, ਵਿਦੇਸ਼ੀ ਦੁਸ਼ਮਣ, ਇੰਗਲੈਂਡ ਦਾ ਹਮਲਾ ਜਾਂ ਬਹੁਤ ਅਧਿਕ ਮਹਿੰਗਾਈ। ਤਾਂ ਇਸ ਦਾ ਉੱਤਰ ਹੈ ਲੋਕਾਂ ਵਿੱਚ ਰੋਸ ਦੀ ਭਾਵਨਾ।
ਫਰਾਂਸ ਦੀ ਕ੍ਰਾਂਤੀ ਦਾ ਪ੍ਰਮੁੱਖ ਕਾਰਨ ਜਿਹੜਾ ਸੀਗਾ ਉਹ ਲੋਕਾਂ ਦੇ ਵਿੱਚ ਰੋਸ ਦੀ ਭਾਵਨਾ ਸੀ। ਲੋਕਾਂ ਦੇ ਵਿੱਚ ਜਦੋਂ ਰੋਸ ਵੱਧ ਗਿਆ ਤਾਂ ਉਸ ਦੇ ਕਾਰਨ ਫਰਾਂਸ ਦੇ ਵਿੱਚ ਜਿਹੜੀ ਹੈਗੀ ਉਹ ਕ੍ਰਾਂਤੀ ਆਈ। ਪ੍ਰਸ਼ਨ ਨੰਬਰ 5, ਬੋਵਰੋ ਵੰਸ਼ ਦੇ ਸ਼ਾਸਨ ਵਿੱਚ ਕਿਹੜੇ ਐਸਟੇਟ ਵਰਗ ਸਨ? ਬੋਵਰੋ ਵੰਸ਼ ਦੇ ਸ਼ਾਸਨ ਵਿੱਚ ਕਿਹੜੇ ਐਸਟੇਟ ਵਰਗ ਸਨ? ਵਿਕਲਪ ਊੜਾ ਪਾਦਰੀ, ਵਿਕਲਪ ਆੜਾ ਕੁਲੀਨ, ਵਿਕਲਪ ਈੜੀ ਆਮ ਜਨਤਾ ਅਤੇ ਵਿਕਲਪ ਸੱਸਾ ਇਹ ਸਾਰੇ। ਬੋਵਰੋ ਵੰਸ਼ ਦੇ ਸ਼ਾਸਨ ਵਿੱਚ ਕਿਹੜੇ ਐਸਟੇਟ ਵਰਗ ਸਨ? ਪਾਦਰੀ, ਕੁਲੀਨ, ਆਮ ਜਨਤਾ ਜਾਂ ਇਹ ਸਾਰੇ। ਤਾਂ ਵਿਕਲਪ ਊੜਾ ਆੜਾ ਈੜੀ ਜਾਂ ਸੱਸੇ ਦੇ ਵਿੱਚੋਂ ਅਸੀਂ ਸਿਲੈਕਟ ਕਰਨਾ ਹੈ। ਤਾਂ ਇਸ ਦਾ ਉੱਤਰ ਬਣੇਗਾ ਇਹ ਸਾਰੇ। ਪਾਦਰੀ, ਕੁਲੀਨ ਅਤੇ ਆਮ ਜਨਤਾ ਬੋਵਰ ਵੰਸ਼ ਦੇ ਵਿੱਚ ਇਹ ਸ਼ਾਮਲ ਸੀ। ਅਸੀਂ ਪੜ੍ਹਿਆ ਸੀਗਾ ਕਿ ਬੋਵਰ ਵੰਸ਼ ਦੇ ਵਿੱਚ ਪਾਦਰੀ, ਕੁਲੀਨ ਅਤੇ ਆਮ ਜਨਤਾ ਜਿਹੜੀ ਹੈਗੀ ਉਹ ਇਸ ਦੇ ਵਿੱਚ ਸ਼ਾਮਲ ਸੀ। ਪ੍ਰਸ਼ਨ ਨੰਬਰ 6, ਰਾਜਤੰਤਰ ਜਿਸ ਨੂੰ ਮੋਨਾਰਕੀ ਕਿਹਾ ਜਾਂਦਾ ਹੈ ਦਾ ਕੀ ਅਰਥ ਹੈ? ਰਾਜਤੰਤਰ ਦਾ ਕੀ ਅਰਥ ਹੈ? ਵਿਕਲਪ ਊੜਾ ਇੱਕ ਰਾਜ ਜਾਂ ਰਾਣੀ ਦਾ ਸ਼ਾਸਨ, ਵਿਕਲਪ ਆੜਾ ਦੋ ਰਾਜਾਂ ਜਾਂ ਰਾਣੀ ਦਾ ਸ਼ਾਸਨ, ਵਿਕਲਪ ਈੜੀ ਕਾਨੂੰਨ ਦਾ ਸ਼ਾਸਨ ਜਾਂ ਵਿਕਲਪ ਸੱਸਾ ਤਾਨਾਸ਼ਾਹ ਦਾ ਸ਼ਾਸਨ। ਰਾਜਤੰਤਰ ਮੋਨਾਰਕੀ ਦਾ ਕੀ ਅਰਥ ਹੈ? ਊੜਾ ਇੱਕ ਰਾਜ ਦਾ ਜਾਂ ਰਾਣੀ ਦਾ ਸ਼ਾਸਨ, ਆੜਾ ਦੋ ਰਾਜੇ ਜਾਂ ਦੋ ਰਾਣੀਆਂ ਦਾ ਸ਼ਾਸਨ, ਈੜੀ ਕਾਨੂੰਨ ਦਾ ਸ਼ਾਸਨ, ਸੱਸਾ ਤਾਨਾਸ਼ਾਹ ਦਾ ਸ਼ਾਸਨ। ਤਾਂ ਇਸ ਦਾ ਉੱਤਰ ਜਲਦੀ ਤੁਹਾਡੀ ਸਕਰੀਨ 'ਤੇ ਆਊਗਾ। ਮੋਨਾਰਕੀ ਦਾ ਕੀ ਅਰਥ ਹੈ? ਰਾਜਤੰਤਰ ਦਾ ਕੀ ਅਰਥ ਹੈ? ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ, ਦੋ ਰਾਜੇ ਜਾਂ ਦੋ ਰਾਣੀਆਂ ਦਾ ਸ਼ਾਸਨ, ਕਾਨੂੰਨ ਦਾ ਸ਼ਾਸਨ ਜਾਂ ਤਾਨਾਸ਼ਾਹ ਦਾ ਸ਼ਾਸਨ। ਅਤੇ ਇਸ ਦਾ ਸਹੀ ਜਵਾਬ ਹੈ ਬਿਲਕੁਲ ਠੀਕ, ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ। ਰਾਜਤੰਤਰ ਜਾਂ ਮੋਨਾਰਕੀ ਦਾ ਅਰਥ ਹੈ ਇੱਕ ਰਾਜਾ ਜਾਂ ਰਾਣੀ ਦਾ ਸ਼ਾਸਨ। ਅਤੇ ਜਿਨ੍ਹਾਂ ਬੱਚਿਆਂ ਦੇ ਉੱਤਰ ਸਹੀ ਹੈ ਤਾਂ ਉਹ ਆਪਣੇ 2 ਨੰਬਰ 2 ਅੰਕ ਜਿਹੜੇ ਹੈਗੇ ਐਡ ਕਰ ਲਓ। ਅਗਲਾ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਰਿਹਾ ਪ੍ਰਸ਼ਨ ਨੰਬਰ 7, ਰਾਜਤੰਤਰ ਮੋਨਾਰਕੀ ਕਦੋਂ ਤੱਕ ਕਾਰਜਸ਼ੀਲ ਰਹਿ ਸਕਦੀ ਸੀ? ਰਾਜਤੰਤਰ ਦੇ ਵਿੱਚ ਮੋਨਾਰਕੀ ਜਿਹੜਾ ਹੈਗਾ ਉਹ ਕਦੋਂ ਤੱਕ ਕਾਰਜਸ਼ੀਲ ਰਿਹਾ ਕਰਦਾ ਸੀ? ਰਾਜਤੰਤਰ ਕਦੋਂ ਤੱਕ ਕਾਰਜਸ਼ੀਲ ਰਿਹਾ ਕਰਦਾ ਸੀ? ਤਾਂ ਇਸ ਦਾ ਉੱਤਰ ਹੈ ਰਾਜਾ ਦੀ ਮੌਤ ਤੱਕ। ਆੜਾ ਵਿਕਲਪ ਹੈ ਰਾਣੀ ਦੀ ਮੌਤ ਤੱਕ, ਈੜੀ ਵਿਕਲਪ ਹੈ ਪੀੜ੍ਹੀ ਦਰ ਪੀੜ੍ਹੀ, ਸੱਸਾ ਵਿਕਲਪ ਹੈਗਾ ਰਾਜਾ ਦੇ ਬਿਮਾਰ ਹੋਣ ਤੱਕ। ਰਾਜਤੰਤਰ ਕਦੋਂ ਤੱਕ ਕਾਰਜਸ਼ੀਲ ਰਿਹਾ ਕਰਦਾ ਸੀ? ਊੜਾ ਰਾਜਾ ਦੀ ਮੌਤ ਤੱਕ, ਆੜਾ ਰਾਣੀ ਦੀ ਮੌਤ ਤੱਕ, ਈੜੀ ਪੀੜ੍ਹੀ ਦਰ ਪੀੜ੍ਹੀ, ਸੱਸਾ ਰਾਜਾ ਦੇ ਬਿਮਾਰ ਹੋਣ ਤੱਕ। ਅਤੇ ਇਸ ਦਾ ਸਹੀ ਜਵਾਬ ਹੈ ਪੀੜ੍ਹੀ ਦਰ ਪੀੜ੍ਹੀ। ਰਾਜਤੰਤਰ ਜਿਹੜਾ ਹੈਗਾ ਮੋਨਾਰਕੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਰਹਿੰਦੀ ਸੀ ਅਤੇ ਇਹ ਕਾਰਜਸ਼ੀਲ ਰਹਿੰਦੀ ਸੀ। ਇੱਕ ਅਗਰ ਰਾਜਾ ਮਰ ਗਿਆ ਤਾਂ ਉਸ ਦਾ ਪੁੱਤਰ ਜਾਂ ਪੁੱਤਰੀ ਜਿਹੜੇ ਹੈਗੇ ਉਹ ਅੱਗੇ ਨਸਲ ਦਰ ਨਸਲ, ਪੀੜ੍ਹੀ ਦਰ ਪੀੜ੍ਹੀ ਜਿਹੜਾ ਰਾਜਤੰਤਰ ਹੈ ਉਹ ਚੱਲਦਾ ਰਹਿੰਦਾ ਸੀ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 8, ਫਰਾਂਸ ਵਿੱਚ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਕਿਸ ਦਾ ਪ੍ਰਤੀਨਿਧ ਮੰਨਦਾ ਸੀ? ਫਰਾਂਸ ਵਿੱਚ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਕਿਸ ਦਾ ਪ੍ਰਤੀਨਿਧ ਮੰਨਦਾ ਸੀ? ਊੜਾ ਸਮਾਜ ਦਾ, ਆੜਾ ਜਨਤਾ ਦਾ, ਈੜੀ ਵਿਗਿਆਨ ਦਾ, ਸੱਸਾ ਰੱਬ ਦਾ। ਊੜਾ ਸਮਾਜ ਦਾ, ਆੜਾ ਜਨਤਾ ਦਾ, ਈੜੀ ਵਿਗਿਆਨ ਦਾ, ਸੱਸਾ ਰੱਬ ਦਾ। ਫਰਾਂਸ ਵਿੱਚ ਰਾਜਤੰਤਰ ਹੋਣ ਕਾਰਨ ਰਾਜਾ ਆਪਣੇ ਆਪ ਨੂੰ ਕਿਸ ਦਾ ਪ੍ਰਤੀਨਿਧ ਮੰਨਦਾ ਸੀ? ਊੜਾ ਸਮਾਜ ਦਾ, ਆੜਾ ਜਨਤਾ ਦਾ, ਈੜੀ ਵਿਗਿਆਨ ਦਾ, ਸੱਸਾ ਰੱਬ ਦਾ। ਤਾਂ ਇਸ ਦਾ ਸਹੀ ਜਵਾਬ ਹੈ ਰੱਬ ਦਾ। ਫਰਾਂਸ ਵਿੱਚ ਰਾਜਤੰਤਰ ਜਿਹੜਾ ਚੱਲ ਰਿਹਾ ਸੀ ਉਸ ਦੇ ਵਿੱਚ ਰਾਜਾ ਆਪਣੇ ਆਪ ਨੂੰ ਰੱਬ ਦਾ ਰੂਪ ਮੰਨਦਾ ਸੀਗਾ ਔਰ ਰਾਜਾ ਆਪਣੀ ਮਰਜ਼ੀ ਦੇ ਨਾਲ ਸਾਰੇ ਦੇ ਸਾਰੇ ਫੈਸਲੇ ਲੈਂਦਾ ਸੀ। ਜਨਤਾ ਦੀ ਕੋਈ ਰਾਜੇ ਨੂੰ ਪਰਵਾਹ ਨਹੀਂ ਸੀ। ਤਾਂ ਇਸ ਦਾ ਸਹੀ ਉੱਤਰ ਹੈ ਰੱਬ ਦਾ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 9, ਕਿਸ ਰਾਜਾ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ 'ਤੇ ਸੀ? ਕਿਸ ਰਾਜਾ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ 'ਤੇ ਸੀ? ਊੜਾ ਲੂਇਸ 14ਵਾਂ, ਆੜਾ ਲੂਇਸ 16ਵਾਂ, ਈੜੀ ਲੂਇਸ 15ਵਾਂ ਜਾਂ ਸੱਸਾ ਲੂਇਸ 13ਵਾਂ। ਕਿਸ ਰਾਜਾ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ 'ਤੇ ਸੀ? ਊੜਾ ਵਿਕਲਪ ਹੈ ਲੂਇਸ 14ਵਾਂ, ਆੜਾ ਲੂਇਸ 16ਵਾਂ, ਈੜੀ ਲੂਇਸ 15ਵਾਂ, ਸੱਸਾ ਲੂਇਸ 13ਵਾਂ। ਤਾਂ ਇਹਨਾਂ ਵਿਕਲਪਾਂ ਦੇ ਵਿੱਚ ਊੜਾ ਆੜਾ ਈੜੀ ਸੱਸੇ ਦੇ ਵਿੱਚ ਤੁਸੀਂ ਲੱਭਣਾ ਹੈ ਕਿ ਇਸ ਦਾ ਉੱਤਰ ਜਿਹੜਾ ਹੈਗਾ ਕਿਹੜਾ ਵਿਕਲਪ ਬਣਦਾ ਹੈ। ਕਿਸ ਰਾਜਾ ਦੇ ਸਮੇਂ ਰਾਜਤੰਤਰ ਦੀ ਨਿਰੰਕੁਸ਼ਤਾ ਪੂਰੇ ਸਿਖਰ 'ਤੇ ਸੀ? ਤਾਂ ਇਸ ਦਾ ਸਹੀ ਜਵਾਬ ਹੈ ਲੂਇਸ 14ਵਾਂ। ਲੂਇਸ 14ਵਾਂ ਦੇ ਸਮੇਂ ਰਾਜਤੰਤਰ ਦੀ ਜਿਹੜੀ ਨਿਰੰਕੁਸ਼ਤਾ ਹੈ ਉਹ ਪੂਰੇ ਸਿਖਰ 'ਤੇ ਸੀਗੀ। ਲੂਇਸ 14ਵਾਂ ਪੂਰਾ ਉਸ ਵੇਲੇ ਸਿਖਰਾਂ 'ਤੇ ਸੀਗਾ। ਪ੍ਰਸ਼ਨ ਨੰਬਰ 10, ਲੂਇਸ 15ਵਾਂ ਕਿਸ ਤਰ੍ਹਾਂ ਦਾ ਸ਼ਾਸਕ ਸੀ?
ਲੂਈਸ 15ਵਾਂ ਕਿਸ ਤਰ੍ਹਾਂ ਦਾ ਸ਼ਾਸਕ ਸੀ? ਪ੍ਰਸ਼ਨ ਨੂੰ ਮੈਂ ਦੁਹਰਾਨਾ, ਲੂਈਸ 15ਵਾਂ ਕਿਸ ਤਰ੍ਹਾਂ ਦਾ ਸ਼ਾਸਕ ਸੀ? ਵਿਕਲਪ ਊੜਾ ਯੋਗ, ਵਿਕਲਪ ਆੜਾ ਤਾਕਤਵਰ, ਵਿਕਲਪ ਈੜੀ ਅਯੋਗ ਤੇ ਵਿਕਲਪ ਸੱਸਾ ਬਹਾਦਰ। ਲੂਈਸ 15ਵਾਂ ਕਿਸ ਤਰ੍ਹਾਂ ਦਾ ਸ਼ਾਸਕ ਸੀ? ਯੋਗ ਸੀ, ਤਾਕਤਵਰ ਸੀ ਜਾਂ ਅਯੋਗ ਸੀ ਜਾਂ ਬਹਾਦਰ ਸੀ? ਤਾਂ ਇਸ ਦੇ ਵਿੱਚੋਂ ਅਸੀਂ ਉੱਤਰ ਲੱਭਣਾ ਹੈ। ਲੂਈਸ 15ਵਾਂ ਕਿਸ ਤਰ੍ਹਾਂ ਦਾ ਸ਼ਾਸਕ ਸੀ? ਤਾਂ ਇਸ ਦਾ ਸਹੀ ਜਵਾਬ ਹੈ ਅਯੋਗ। ਲੂਈਸ 15ਵੇਂ ਦੇ ਸਮੇਂ ਕੋਈ ਵੀ ਬਿੱਲ ਨਹੀਂ ਪਾਸ ਹੁੰਦਾ ਸੀਗਾ, ਉਹ ਕੋਈ ਵੀ ਫੈਸਲਾ ਲੈਣ ਦੇ ਕਾਬਲ ਨਹੀਂ ਸੀ, ਇੱਕ ਅਯੋਗ ਸ਼ਾਸਕ ਸੀਗਾ। ਇਸ ਕਰਕੇ ਬੜਾ ਅਫਰਾ ਤਫਰੀ ਦਾ ਮਾਹੌਲ ਸੀ, ਲੋਕਾਂ ਦੇ ਉੱਪਰ ਅਤਿਆਚਾਰ ਕੀਤੇ ਜਾਂਦੇ ਸੀਗੇ, ਵੱਖ ਵੱਖ ਕਿਸਮ ਦੇ ਟੈਕਸ ਲਏ ਜਾਂਦੇ ਸੀ। ਇਸ ਕਰਕੇ ਲੂਈਸ 15ਵਾਂ ਜਿਹੜਾ ਹੈਗਾ ਉਹ ਇੱਕ ਅਯੋਗ ਸ਼ਾਸਕ ਸੀ। ਪ੍ਰਸ਼ਨ ਨੰਬਰ 11, ਲੂਈਸ 15ਵੇਂ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ? ਲੂਈਸ 15ਵੇਂ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ? ਊੜਾ ਯੋਗਤਾ ਵਾਲਾ, ਆੜਾ ਬਹਾਦਰੀ ਵਾਲਾ, ਈੜੀ ਸਮਾਜ ਸੁਧਾਰ ਵਾਲਾ, ਸੱਸਾ ਵਿਲਾਸਤਾ ਵਾਲਾ। ਲੂਈਸ 15ਵੇਂ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ? ਊੜਾ ਯੋਗਤਾ ਵਾਲਾ, ਆੜਾ ਬਹਾਦਰੀ ਵਾਲਾ, ਈੜੀ ਸਮਾਜ ਸੁਧਾਰ ਵਾਲਾ ਜਾਂ ਸੱਸਾ ਵਿਲਾਸਤਾ ਵਾਲਾ। ਲੂਈਸ 15ਵੇਂ ਨੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ? ਯੋਗਤਾ ਵਾਲਾ, ਬਹਾਦਰੀ ਵਾਲਾ ਜਾਂ ਸਮਾਜ ਸੁਧਾਰ ਵਾਲਾ ਜਾਂ ਸੱਸਾ ਵਿਲਾਸਤਾ ਵਾਲਾ। ਤਾਂ ਇਸ ਦਾ ਠੀਕ ਜਵਾਬ ਬਣਦਾ ਹੈ ਵਿਲਾਸਤਾ ਵਾਲਾ। ਲੂਈਸ 15ਵਾਂ ਦਾ ਜੀਵਨ ਬਿਲਕੁਲ ਵਿਲਾਸਤਾ ਵਾਲਾ ਸੀਗਾ, ਅਤਿਆਚਾਰ ਕਰਦਾ ਰਹਿੰਦਾ ਸੀ ਉਹ ਆਪਣੀ ਜਨਤਾ 'ਤੇ। ਪ੍ਰਸ਼ਨ ਨੰਬਰ 12, ਫਰਾਂਸ ਦਾ ਆਖਰੀ ਸ਼ਾਸਕ ਕੌਣ ਸੀ? ਫਰਾਂਸ ਦਾ ਆਖਰੀ ਸ਼ਾਸਕ ਕੌਣ ਸੀ? ਊੜਾ ਲੂਈਸ 14ਵਾਂ, ਆੜਾ ਲੂਈਸ 13ਵਾਂ, ਈੜੀ ਲੂਈਸ 16ਵਾਂ, ਸੱਸਾ ਲੂਈਸ 15ਵਾਂ। ਫਰਾਂਸ ਦਾ ਆਖਰੀ ਸ਼ਾਸਕ ਕੌਣ ਸੀ? ਤਾਂ ਇਸ ਦੇ ਸਾਡੇ ਕੋਲ ਵਿਕਲਪ 4 ਨੇ, ਊੜਾ ਆੜਾ ਈੜੀ ਸੱਸਾ। ਲੂਈਸ 14ਵਾਂ, ਲੂਈਸ 13ਵਾਂ, ਲੂਈਸ 16ਵਾਂ ਜਾਂ ਲੂਈਸ 15ਵਾਂ। ਤਾਂ ਇਸ ਦਾ ਅਸੀਂ ਸਹੀ ਜਵਾਬ ਲੱਭਾਂਗੇ। ਇਸ ਦਾ ਸਹੀ ਆਨਸਰ ਹੈ ਲੂਈਸ 16ਵਾਂ। ਫਰਾਂਸ ਦਾ ਆਖਰੀ ਸ਼ਾਸਕ ਲੂਈਸ 16ਵਾਂ ਸੀ। ਅਗਲਾ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਪ੍ਰਸ਼ਨ ਨੰਬਰ 13, ਫਰਾਂਸ ਉੱਤੇ ਲੂਈਸ 16ਵੇਂ ਨੇ ਕਦੋਂ ਰਾਜ ਕੀਤਾ? ਫਰਾਂਸ ਉੱਤੇ ਲੂਈਸ 16ਵੇਂ ਨੇ ਕਦੋਂ ਰਾਜ ਕੀਤਾ? ਵਿਕਲਪ ਊੜਾ 1770 ਤੋਂ 1780 ਈਸਵੀ, ਵਿਕਲਪ ਆੜਾ 1774 ਈਸਵੀ ਤੋਂ 1792 ਈਸਵੀ, ਵਿਕਲਪ ਈੜੀ 1775 ਤੋਂ 1795 ਈਸਵੀ ਜਾਂ ਵਿਕਲਪ ਸੱਸਾ 1780 ਈਸਵੀ ਤੋਂ 1797 ਈਸਵੀ। ਫਰਾਂਸ ਉੱਤੇ ਲੂਈਸ 16ਵੇਂ ਨੇ ਕਦੋਂ ਰਾਜ ਕੀਤਾ? ਤਾਂ ਇਸ ਦਾ ਵਿਕਲਪ ਨੰਬਰ 1 ਹੈ ਊੜਾ 1770 ਤੋਂ 1780 ਈਸਵੀ, ਵਿਕਲਪ ਆੜਾ 1774 ਤੋਂ 1792 ਈਸਵੀ, ਵਿਕਲਪ ਈੜੀ 1775 ਤੋਂ 1795 ਈਸਵੀ, ਵਿਕਲਪ ਸੱਸਾ 1780 ਤੋਂ 1797 ਈਸਵੀ। ਤਾਂ ਇਸ ਦਾ ਸਹੀ ਜਵਾਬ ਹੈ 1774 ਤੋਂ 1792 ਈਸਵੀ। ਫਰਾਂਸ ਉੱਤੇ ਜਿਹੜਾ ਲੂਈਸ 16ਵਾਂ ਸੀ ਉਹਨੇ ਕਦੋਂ ਰਾਜ ਕੀਤਾ? ਤਾਂ ਇਸ ਦਾ ਉੱਤਰ ਹੈ 1774 ਤੋਂ 1792 ਈਸਵੀ। ਪ੍ਰਸ਼ਨ ਨੰਬਰ 14, ਫਰਾਂਸੀਸੀ ਸਮਾਜ ਦਾ ਸਭ ਤੋਂ ਉੱਤਮ ਵਰਗ ਕਿਹੜਾ ਸੀ? ਫਰਾਂਸੀਸੀ ਸਮਾਜ ਦਾ ਸਭ ਤੋਂ ਉੱਤਮ ਵਰਗ ਕਿਹੜਾ ਸੀ? ਊੜਾ ਪਾਦਰੀ, ਆੜਾ ਕੁਲੀਨ, ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਫਰਾਂਸੀਸੀ ਸਮਾਜ ਦਾ ਸਭ ਤੋਂ ਉੱਤਮ ਵਰਗ ਕਿਹੜਾ ਸੀ? ਪਾਦਰੀ, ਕੁਲੀਨ, ਆਮ ਜਨਤਾ ਜਾਂ ਕੋਈ ਨਹੀਂ। ਪ੍ਰਸ਼ਨ ਰਿਪੀਟ ਕਰਦਾ, ਫਰਾਂਸੀਸੀ ਸਮਾਜ ਦਾ ਸਭ ਤੋਂ ਉੱਤਮ ਵਰਗ ਕਿਹੜਾ ਸੀ? ਪਾਦਰੀ, ਕੁਲੀਨ, ਆਮ ਜਨਤਾ ਜਾਂ ਕੋਈ ਨਹੀਂ। ਤਾਂ ਇਸ ਦਾ ਉੱਤਰ ਹੈ ਪਾਦਰੀ। ਪਾਦਰੀਆਂ ਨੂੰ ਉਸ ਸਮੇਂ ਸਭ ਤੋਂ ਉੱਪਰ ਵਾਲਾ ਜਿਹੜਾ ਵਰਗ ਹੈ ਉੱਤਮ ਵਰਗ ਮੰਨਿਆ ਜਾਂਦਾ ਸੀ, ਅਤੇ ਪਾਦਰੀ ਜਿਹੜਾ ਹੈਗਾ ਉਹ ਉੱਤਮ ਵਰਗ ਸੀ ਉਸ ਸਮੇਂ ਫਰਾਂਸ ਦਾ। ਪ੍ਰਸ਼ਨ ਨੰਬਰ 15, ਫਰਾਂਸੀਸੀ ਸਮਾਜ ਦਾ ਦੂਸਰੇ ਨੰਬਰ ਦਾ ਵਰਗ ਕਿਹੜਾ ਸੀ? ਵਿਕਲਪ ਊੜਾ ਪਾਦਰੀ, ਵਿਕਲਪ ਆੜਾ ਕੁਲੀਨ, ਵਿਕਲਪ ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਫਰਾਂਸੀਸੀ ਸਮਾਜ ਦਾ ਦੂਸਰੇ ਨੰਬਰ ਦਾ ਵਰਗ ਕਿਹੜਾ ਸੀ? ਊੜਾ ਪਾਦਰੀ, ਆੜਾ ਕੁਲੀਨ, ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਫਰਾਂਸੀਸੀ ਸਮਾਜ ਦਾ ਦੂਸਰੇ ਨੰਬਰ ਦਾ ਵਰਗ ਕਿਹੜਾ ਸੀ? ਊੜਾ ਪਾਦਰੀ, ਆੜਾ ਕੁਲੀਨ, ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਤਾਂ ਇਸ ਦਾ ਉੱਤਰ ਬਣਦਾ ਹੈ ਕੁਲੀਨ। ਫਰਾਂਸੀਸੀ ਸਮਾਜ ਦਾ ਦੂਸਰੇ ਨੰਬਰ ਦਾ ਵਰਗ ਜਿਹੜਾ ਹੈਗਾ ਉਹ ਕੁਲੀਨ ਵਰਗ ਸੀ। ਕੁਲੀਨ ਵਰਗ ਨੂੰ ਦੂਜੇ ਨੰਬਰ ਦਾ ਵਰਗ ਕਿਹਾ ਜਾਂਦਾ ਸੀ। ਪ੍ਰਸ਼ਨ ਨੰਬਰ 16, ਫਰਾਂਸੀਸੀ ਸਮਾਜ ਦਾ ਟੈਕਸ ਚੁਕਾਉਣ ਵਾਲਾ ਕੁਚਲਿਆ ਵਰਗ ਕਿਹੜਾ ਸੀ? ਫਰਾਂਸੀਸੀ ਸਮਾਜ ਦਾ ਟੈਕਸ ਚੁਕਾਉਣ ਵਾਲਾ ਕੁਚਲਿਆ ਵਰਗ ਕਿਹੜਾ ਸੀ?
ਊੜਾ ਪਾਦਰੀ, ਆੜਾ ਕੁਲੀਨ, ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਫਰਾਂਸੀਸੀ ਸਮਾਜ ਦਾ ਟੈਕਸ ਚੁਕਾਉਣ ਵਾਲਾ ਕੁਚਲਿਆ ਵਰਗ ਕਿਹੜਾ ਸੀ? ਊੜਾ ਪਾਦਰੀ, ਆੜਾ ਕੁਲੀਨ, ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਤਾਂ ਇਸ ਦਾ ਅਸੀਂ ਉੱਤਰ ਲੱਭਣਾ ਪਿਆਰੇ ਬੱਚਿਓ। ਤੁਹਾਨੂੰ ਬੇਨਤੀ ਹੈ ਆਪਣੀ ਨੋਟਬੁੱਕਸ ਦੇ ਉੱਪਰ ਨੋਟ ਕਰੋ ਕਿ ਫਰਾਂਸੀਸੀ ਸਮਾਜ ਦਾ ਟੈਕਸ ਚੁਕਾਉਣ ਵਾਲਾ ਕੁਚਲਿਆ ਵਰਗ ਕਿਹੜਾ ਸੀਗਾ? ਊੜਾ ਪਾਦਰੀ ਜਾਂ ਆੜਾ ਕੁਲੀਨ ਜਾਂ ਈੜੀ ਆਮ ਜਨਤਾ ਜਾਂ ਸੱਸਾ ਕੋਈ ਨਹੀਂ। ਤਾਂ ਇਸ ਦਾ ਸ਼ਿਓਰਲੀ ਜਿਹੜਾ ਜਵਾਬ ਬਣੂਗਾ ਉਹ ਬਣੂਗਾ ਆਮ ਜਨਤਾ। ਤਾਂ ਫਰਾਂਸੀਸੀ ਸਮਾਜ ਦੇ ਵਿੱਚ ਉਦੋਂ ਜਿਹੜੀ ਆਮ ਜਨਤਾ ਸੀ ਉਸ ਦੇ ਉੱਪਰ ਸਭ ਤੋਂ ਵੱਧ ਟੈਕਸ ਸੀਗਾ, ਔਰ ਉਹੀ ਆਮ ਜਨਤਾ ਹੀ ਜਿਹੜੀ ਹੈਗੀ ਉਹ ਟੈਕਸ ਚੁਕਾਉਣ ਵਾਲਾ ਵਰਗ ਸੀ। ਪ੍ਰਸ਼ਨ ਨੰਬਰ 17, ਫਰਾਂਸੀਸੀ ਸਮਾਜ ਵਿੱਚ ਕਰ, ਜਿਹਨੂੰ ਟੈਕਸ ਕਹਿੰਦੇ ਹਾਂ ਅਸੀਂ, ਫਰਾਂਸੀਸੀ ਸਮਾਜ ਵਿੱਚ ਕਰ ਮੁੱਖ ਕਿੰਨੇ ਪ੍ਰਕਾਰ ਦਾ ਸੀ? ਵਿਕਲਪ ਊੜਾ ਇੱਕ ਪ੍ਰਕਾਰ ਪ੍ਰਤੱਖ, ਜਾਂ ਵਿਕਲਪ ਆੜਾ ਦੋ ਪ੍ਰਕਾਰ ਦਾ ਪ੍ਰਤੱਖ ਤੇ ਅਪ੍ਰਤੱਖ, ਜਾਂ ਵਿਕਲਪ ਈੜੀ ਤਿੰਨ ਪ੍ਰਕਾਰ ਦਾ ਮੁੱਖ ਪ੍ਰਤੱਖ ਅਤੇ ਅਪ੍ਰਤੱਖ, ਜਾਂ ਵਿਕਲਪ ਸੱਸਾ ਚਾਰ ਪ੍ਰਕਾਰ ਦਾ ਮੁੱਖ ਖਾਸ ਪ੍ਰਤੱਖ ਅਤੇ ਅਪ੍ਰਤੱਖ। ਤਾਂ ਪ੍ਰਸ਼ਨ ਰਿਪੀਟ ਕਰਦਾ ਮੈਂ, ਫਰਾਂਸੀਸੀ ਸਮਾਜ ਵਿੱਚ ਕਰ ਮੁੱਖ ਕਿੰਨੇ ਪ੍ਰਕਾਰ ਦਾ ਸੀ? ਊੜਾ ਇੱਕ ਪ੍ਰਕਾਰ ਦਾ ਪ੍ਰਤੱਖ ਕਰ, ਜਾਂ ਆੜਾ ਦੋ ਪ੍ਰਕਾਰ ਦਾ ਪ੍ਰਤੱਖ ਅਤੇ ਅਪ੍ਰਤੱਖ ਕਰ, ਜਾਂ ਈੜੀ ਤਿੰਨ ਪ੍ਰਕਾਰ ਦਾ ਮੁੱਖ ਪ੍ਰਤੱਖ ਅਤੇ ਅਪ੍ਰਤੱਖ, ਜਾਂ ਸੱਸਾ ਚਾਰ ਪ੍ਰਕਾਰ ਦਾ ਟੈਕਸ ਸੀਗਾ ਮੁੱਖ ਖਾਸ ਪ੍ਰਤੱਖ ਤੇ ਅਪ੍ਰਤੱਖ। ਤਾਂ ਅਸੀਂ ਇਸ ਦਾ ਉੱਤਰ ਲੱਭਣਾ ਹੈ। ਤਾਂ ਪਿਆਰੇ ਬੱਚਿਓ ਤੁਹਾਡਾ ਆਨਸਰ ਹੈ ਬਿਲਕੁਲ ਠੀਕ, ਦੋ ਪ੍ਰਕਾਰ ਦਾ ਕਰ ਸੀ, ਪ੍ਰਤੱਖ ਤੇ ਅਪ੍ਰਤੱਖ। ਫਰਾਂਸੀਸੀ ਸਮਾਜ ਦੇ ਵਿੱਚ ਜਿਹੜਾ ਕਰ ਸੀ ਟੈਕਸ ਉਹ ਮੁੱਖ ਦੋ ਪ੍ਰਕਾਰ ਦਾ ਸੀਗਾ, ਜਿਸ ਨੂੰ ਪ੍ਰਤੱਖ ਤੇ ਅਪ੍ਰਤੱਖ ਕਰ ਜਿਹੜਾ ਹੈਗਾ ਉਹ ਕਿਹਾ ਜਾਂਦਾ ਸੀ। ਪ੍ਰਸ਼ਨ ਨੰਬਰ 18, ਪ੍ਰਤੱਖ ਕਰ ਵਿੱਚ ਕਿਹੜੇ ਕਰ ਸ਼ਾਮਲ ਸਨ? ਊੜਾ ਭੂਮੀ ਕਰ, ਆੜਾ ਆਮਦਨ ਕਰ, ਈੜੀ ਸੰਪਤੀ ਕਰ, ਜਾਂ ਸੱਸਾ ਸਾਰੇ। ਪ੍ਰਤੱਖ ਕਰ ਵਿੱਚ ਕਿਹੜੇ ਕਰ ਸ਼ਾਮਲ ਸਨ? ਊੜਾ ਭੂਮੀ ਕਰ, ਆੜਾ ਆਮਦਨ ਕਰ, ਈੜੀ ਸੰਪਤੀ ਕਰ, ਸੱਸਾ ਸਾਰੇ। ਤਾਂ ਇਸ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਪ੍ਰਤੱਖ ਕਰ ਦੇ ਵਿੱਚ ਕਿਹੜੇ ਕਰ ਸ਼ਾਮਲ ਸਨ, ਤਾਂ ਇਹ ਜਿਹੜੇ ਹੈਗੇ ਸਾਰੇ ਕਰ ਇਹਦੇ ਵਿੱਚ ਸ਼ਾਮਲ ਸੀ, ਜਿਹਦੇ ਵਿੱਚ ਭੂਮੀ ਕਰ ਆ ਗਿਆ, ਆਮਦਨ ਕਰ ਆ ਗਿਆ ਅਤੇ ਸੰਪਤੀ ਦੇ ਉੱਪਰ ਵੀ ਕਰ ਸੀਗਾ। ਤਾਂ ਪ੍ਰਤੱਖ ਕਰ ਦੇ ਵਿੱਚ ਭੂਮੀ ਕਰ, ਆਮਦਨ ਕਰ ਅਤੇ ਸੰਪਤੀ ਕਰ, ਅਤੇ ਇਹਦਾ ਆਪਸ਼ਨ ਸੱਸਾ ਠੀਕ ਹੋਊਗਾ, ਸਾਰੇ ਕਰ ਇਸ ਦੇ ਵਿੱਚ ਸ਼ਾਮਲ ਸੀ। ਪ੍ਰਸ਼ਨ ਨੰਬਰ 19, ਅਪ੍ਰਤੱਖ ਕਰ ਵਿੱਚ ਕਿਹੜੇ ਕਰ ਸ਼ਾਮਲ ਸਨ? ਅਪ੍ਰਤੱਖ ਕਰ ਵਿੱਚ ਕਿਹੜੇ ਕਰ ਸ਼ਾਮਲ ਸਨ? ਊੜਾ ਨਮਕ ਕਰ, ਆੜਾ ਘਰ ਕਰ, ਈੜੀ ਤੰਬਾਕੂ ਕਰ, ਜਾਂ ਸੱਸਾ ਇਹ ਸਾਰੇ। ਅਪ੍ਰਤੱਖ ਕਰ ਵਿੱਚ ਕਿਹੜੇ ਕਰ ਸ਼ਾਮਲ ਸਨ? ਊੜਾ ਨਮਕ ਕਰ, ਆੜਾ ਘਰ ਕਰ, ਈੜੀ ਤੰਬਾਕੂ ਕਰ, ਜਾਂ ਸੱਸਾ ਇਹ ਸਾਰੇ। ਤਾਂ ਇਸ ਦਾ ਉੱਤਰ ਅਸੀਂ ਲੱਭਣਾ ਹੈ ਨਮਕ ਕਰ, ਜਾਂ ਘਰ ਕਰ, ਜਾਂ ਤੰਬਾਕੂ ਕਰ, ਜਾਂ ਇਹ ਸਾਰੇ। ਤਾਂ ਇਸ ਦਾ ਉੱਤਰ ਹੋਏਗਾ ਇਹ ਸਾਰੇ। ਜਿਹੜਾ ਅਪ੍ਰਤੱਖ ਕਰ ਸੀ ਇਸ ਦੇ ਵਿੱਚ ਨਮਕ ਵੀ ਸ਼ਾਮਲ ਸੀਗਾ, ਹਾਊਸ ਟੈਕਸ ਕਰਾਂ ਦੇ ਉੱਪਰ ਵੀ ਟੈਕਸ ਲਗਾਇਆ ਜਾਂਦਾ ਸੀ, ਅਤੇ ਤੰਬਾਕੂ ਦੇ ਉੱਪਰ ਵੀ ਟੈਕਸ ਲਗਾਇਆ ਜਾਂਦਾ ਸੀਗਾ। ਤਾਂ ਅਪ੍ਰਤੱਖ ਕਰ ਦੇ ਵਿੱਚ ਇਹ ਸਾਰੇ ਕਰ ਸ਼ਾਮਲ ਸੀ। ਇਸ ਦਾ ਉੱਤਰ ਹੈ ਸੱਸਾ, ਇਹ ਬਿਲਕੁਲ ਸਹੀ ਜਵਾਬ ਹੈ। ਪ੍ਰਸ਼ਨ ਨੰਬਰ 20, ਅਪ੍ਰਤੱਖ ਕਰ ਟਿੱਥੇ ਕਿਸ ਨੂੰ ਦਿੱਤਾ ਜਾਂਦਾ ਸੀ? ਊੜਾ ਰਾਜ ਨੂੰ, ਆੜਾ ਕੁਲੀਨਾਂ ਨੂੰ, ਈੜੀ ਗਿਰਜਾ ਘਰ ਨੂੰ, ਜਾਂ ਸੱਸਾ ਇਹ ਸਾਰੇ। ਅਪ੍ਰਤੱਖ ਕਰ ਟਿੱਥੇ ਕਿਸ ਨੂੰ ਦਿੱਤਾ ਜਾਂਦਾ ਸੀ? ਊੜਾ ਰਾਜ ਨੂੰ, ਆੜਾ ਕੁਲੀਨਾਂ ਨੂੰ, ਈੜੀ ਗਿਰਜਾ ਘਰ ਨੂੰ, ਜਾਂ ਇਹ ਸਾਰੇ। ਤਾਂ ਅਸੀਂ ਇਸ ਦਾ ਉੱਤਰ ਲੱਭਣਾ ਹੈ ਅਪ੍ਰਤੱਖ ਕਰ ਟਿੱਥੇ ਕਿਸ ਨੂੰ ਦਿੱਤਾ ਜਾਂਦਾ ਸੀ? ਊੜਾ ਰਾਜ ਨੂੰ, ਆੜਾ ਕੁਲੀਨਾਂ ਨੂੰ, ਈੜੀ ਗਿਰਜਾ ਘਰ ਨੂੰ, ਜਾਂ ਇਹ ਸਾਰੇ। ਤਾਂ ਇਸ ਦਾ ਸਹੀ ਜਵਾਬ ਹੈ ਗਿਰਜਾ ਘਰ ਨੂੰ। ਤਾਂ ਅਪ੍ਰਤੱਖ ਕਰ ਟਿੱਥੇ ਜਿਹੜਾ ਸੀਗਾ ਉਹ ਗਿਰਜਾ ਘਰ ਦਾ ਖਾਸ ਕਰ ਸੀ, ਔਰ ਇਹ ਕਰ ਜਿਹੜਾ ਹੈਗਾ ਗਿਰਜਾ ਘਰ ਨੂੰ ਦਿੱਤਾ ਜਾਂਦਾ ਸੀ, ਪਾਦਰੀ ਇਸ ਨੂੰ ਇਕੱਠਾ ਕਰਦੇ ਸੀਗੇ। ਅਗਲਾ ਪ੍ਰਸ਼ਨ, ਪ੍ਰਸ਼ਨ ਨੰਬਰ 21, ਅਪ੍ਰਤੱਖ ਕਰ ਟਾਈਲੇ ਕਿਸ ਨੂੰ ਦਿੱਤਾ ਜਾਂਦਾ ਸੀ? ਅਪ੍ਰਤੱਖ ਕਰ ਟਾਈਲੇ ਕਿਸ ਨੂੰ ਦਿੱਤਾ ਜਾਂਦਾ ਸੀ? ਤਾਂ ਇਸ ਦਾ ਊੜਾ ਵਿਕਲਪ ਹੈ ਰਾਜ ਨੂੰ, ਆੜਾ ਕੁਲੀਨਾਂ ਨੂੰ, ਈੜੀ ਗਿਰਜਾ ਘਰ ਨੂੰ, ਜਾਂ ਸੱਸਾ ਇਹ ਸਾਰੇ। ਅਪ੍ਰਤੱਖ ਕਰ ਟਾਈਲੇ ਕਿਸ ਨੂੰ ਦਿੱਤਾ ਜਾਂਦਾ ਸੀ? ਆਪਸ਼ਨ ਨੰਬਰ ਊੜਾ ਰਾਜ ਨੂੰ, ਆਪਸ਼ਨ ਨੰਬਰ ਆੜਾ ਕੁਲੀਨਾਂ ਨੂੰ, ਜਾਂ ਈੜੀ ਗਿਰਜਾ ਘਰ ਨੂੰ, ਜਾਂ ਸੱਸਾ ਇਹ ਸਾਰੇ। ਅਪ੍ਰਤੱਖ ਕਰ ਟਾਈਲੇ ਕਿਸ ਨੂੰ ਦਿੱਤਾ ਜਾਂਦਾ ਸੀ? ਤਾਂ ਪਿਆਰੇ ਬੱਚਿਓ ਆਪਣਾ ਆਨਸਰ ਨੋਟ ਕਰੋ। ਹਾਂਜੀ, ਅਗਲੀ ਸਕਰੀਨ 'ਤੇ ਤੁਹਾਡੇ ਕੋਲ ਆਨਸਰ ਆ ਰਿਹਾ, ਪਹਿਲਾਂ ਤੁਸੀਂ ਆਪਣਾ ਉੱਤਰ ਲਿਖ ਲਓ। ਅਤੇ ਇਸ ਦਾ ਸਹੀ ਜਵਾਬ ਹੈ ਰਾਜ ਨੂੰ। ਅਪ੍ਰਤੱਖ ਕਰ ਟਾਈਲੇ ਜਿਹੜਾ ਹੈਗਾ ਉਹ ਰਾਜ ਨੂੰ ਦਿੱਤਾ ਜਾਂਦਾ ਸੀ। ਅਗਲਾ ਪ੍ਰਸ਼ਨ,
ਪ੍ਰਸ਼ਨ ਨੰਬਰ 22 ਤੁਹਾਡੀ ਸਕਰੀਨ ਤੇ ਮੱਧ ਵਰਗ ਦੇ ਬੌਧਿਕ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਸੀ? ਮੱਧ ਵਰਗ ਦੇ ਬੌਧਿਕ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਸੀ? ਊੜਾ ਰਾਜ ਦਾ, ਆੜਾ ਕੁਲੀਨਾਂ ਦਾ, ਈੜੀ ਪੁਸਤਕਾਂ ਦਾ, ਸੱਸਾ ਇਹ ਸਾਰੇ। ਮੱਧ ਵਰਗ ਦੇ ਬੌਧਿਕ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਸੀ? ਊੜਾ ਰਾਜ ਦਾ, ਆੜਾ ਕੁਲੀਨਾਂ ਦਾ, ਈੜੀ ਪੁਸਤਕਾਂ ਦਾ ਜਾਂ ਸੱਸਾ ਇਹ ਸਾਰੇ। ਤੇ ਇਸ ਦਾ ਸਹੀ ਜਵਾਬ ਅਸੀਂ ਨੋਟ ਕਰਨਾ ਨੋਟਬੁੱਕਸ 'ਤੇ, ਪਲੀਜ਼ ਨੋਟ ਕਰ ਲਓ। ਅਤੇ ਇਸ ਤੋਂ ਬਾਅਦ ਅਸੀਂ ਆਨਸਰ ਇੱਥੇ ਡਿਸਕਸ ਕਰਾਂਗੇ। ਮੱਧ ਵਰਗ ਦੇ ਬੌਧਿਕ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਦਾ ਸੀ? ਊੜਾ ਰਾਜ ਦਾ, ਆੜਾ ਕੁਲੀਨਾਂ ਦਾ, ਈੜੀ ਪੁਸਤਕਾਂ ਦਾ ਜਾਂ ਇਹ ਸਾਰੇ। ਤਾਂ ਇਸ ਦਾ ਸਹੀ ਜਵਾਬ ਹੈ ਪੁਸਤਕਾਂ ਦਾ। ਮੱਧ ਵਰਗ ਜਿਹੜਾ ਹੈਗਾ ਉਸ ਦਾ ਬੌਧਿਕ ਵਿਕਾਸ ਦੇ ਵਿੱਚ, ਜਿਵੇਂ ਰੂਸੋ ਦੀ ਗੱਲ ਹੋਈ ਸੀਗੀ, ਅਰਿਸਟੋਟਲ ਦੀ ਗੱਲ ਹੋਈ ਸੀ, ਤਾਂ ਉਹਨਾਂ ਦੀਆਂ ਪੁਸਤਕਾਂ ਪੜ੍ਹ ਕੇ ਉਹਨਾਂ ਦਾ ਜਿਹੜਾ ਸੀਗਾ ਯੋਗਦਾਨ ਬਹੁਤ ਜ਼ਿਆਦਾ ਸੀ। ਤਾਂ ਬੌਧਿਕ ਵਿਕਾਸ ਹੋਇਆ ਪੁਸਤਕਾਂ ਪੜ੍ਹਨ ਤੋਂ ਬਾਅਦ, ਉਦੋਂ ਹੀ ਫਰਾਂਸ ਦੀ ਕ੍ਰਾਂਤੀ ਜਿਹੜੀ ਹੈਗੀ ਉਹ ਸਾਹਮਣੇ ਆਈ। ਉਗਰ ਪਰਿਵਰਤਨ ਆਇਆ ਪੁਸਤਕਾਂ ਕਾਰਨ। ਵਿਕਲਪ ਈਡੀ। ਪ੍ਰਸ਼ਨ ਨੰਬਰ 23 ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਸਾਰੇ ਧਰਮ ਫਜ਼ੂਲ ਹਨ ਅਤੇ ਤਰਕ ਦੇ ਖਿਲਾਫ ਹਨ? ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਸਾਰੇ ਧਰਮ ਫਜ਼ੂਲ ਹਨ ਅਤੇ ਤਰਕ ਦੇ ਖਿਲਾਫ ਹਨ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਸਾਰੇ ਧਰਮ ਫਿਜ਼ੂਲ ਹਨ ਅਤੇ ਤਰਕ ਦੇ ਖਿਲਾਫ ਹਨ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਸ ਫਰਾਂਸੀਸੀ ਜਿਹੜਾ ਮਹਾਨ ਫਰਾਂਸੀਸੀ ਲੇਖਕ ਸੀ ਉਹਨੇ ਸਾਰੇ ਧਰਮਾਂ ਨੂੰ ਫਜ਼ੂਲ ਬੋਲਿਆ ਸੀਗਾ? ਤਾਂ ਇਹ ਅਸੀਂ ਲੱਭਣਾ ਹੈ। ਵਾਲਟੇਅਰ ਸੀ, ਰੂਸੋ ਸੀ, ਮੌਂਟੈਸਕਿਊ ਸੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੈਗਾ। ਤਾਂ ਇਸ ਦਾ ਸਹੀ ਜਵਾਬ ਹੈ ਵਾਲਟੇਅਰ। 1694 ਤੋਂ 1778 ਈਸਵੀ ਤੱਕ ਇਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀਗਾ ਕਿ ਸਾਰੇ ਧਰਮ ਫਜ਼ੂਲ ਹਨ। ਪ੍ਰਸ਼ਨ ਨੰਬਰ 24 ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ, ਧਰਮ ਦੇ ਪ੍ਰਭਾਵ ਨੇ ਮਨੁੱਖ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ? ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ, ਧਰਮ ਦੇ ਪ੍ਰਭਾਵ ਨੇ ਮਨੁੱਖ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਕਿਸ ਮਹਾਨ ਫਰਾਂਸੀਸੀ ਲੇਖਕ ਨੇ ਕਿਹਾ ਸੀ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ, ਧਰਮ ਦੇ ਪ੍ਰਭਾਵ ਨੇ ਮਨੁੱਖ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ? ਤਾਂ ਇਸ ਦਾ ਉੱਤਰ ਅਸੀਂ ਲੱਭਣਾ ਊੜਾ ਵਾਲਟੇਅਰ ਜਾਂ ਰੂਸੋ, ਆੜਾ ਈਡੀ ਮੌਂਟੈਸਕਿਊ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਜਵਾਬ ਹੈ ਰੂਸੋ। ਤਾਂ ਜਿਹੜਾ ਮਹਾਨ ਵਿਦਵਾਨ ਸੀ ਰੂਸੋ, ਲੇਖਕ ਸੀ, ਉਸਨੇ ਕਿਹਾ ਸੀਗਾ ਕਿ ਮਨੁੱਖ ਸੁਤੰਤਰ ਪੈਦਾ ਹੋਇਆ ਸੀ ਫਿਰ ਵੀ ਉਹ ਜ਼ੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ, ਧਰਮ ਦੇ ਪ੍ਰਭਾਵ ਨੇ ਮਨੁੱਖ ਨੂੰ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹੈ। ਤਾਂ ਅਗਲਾ ਪ੍ਰਸ਼ਨ ਨੰਬਰ 25 ਸਾਡੀ ਸਕਰੀਨ ਦੇ ਉੱਪਰ ਇਹ ਰਿਹਾ ਕਿਸ ਮਹਾਨ ਫਰਾਂਸੀਸੀ ਲੇਖਕ ਨੇ ਆਪਣੀ ਪੁਸਤਕ ਸੋਸ਼ਲ ਕੰਟਰੈਕਟ ਵਿੱਚ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਦੱਸਿਆ? ਕਿਸ ਮਹਾਨ ਫਰਾਂਸੀਸੀ ਲੇਖਕ ਨੇ ਆਪਣੀ ਪੁਸਤਕ ਸੋਸ਼ਲ ਕੰਟਰੈਕਟ ਵਿੱਚ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਦੱਸਿਆ ਹੈ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ, ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਕਿਸ ਮਹਾਨ ਫਰਾਂਸੀਸੀ ਲੇਖਕ ਨੇ ਆਪਣੀ ਪੁਸਤਕ ਸੋਸ਼ਲ ਕੰਟਰੈਕਟ ਵਿੱਚ ਰਾਜ ਨੂੰ ਇੱਕ ਜ਼ਰੂਰੀ ਬੁਰਾਈ ਦੱਸਿਆ ਹੈ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਅਸੀਂ ਸਹੀ ਜਵਾਬ ਲੱਭਣਾ ਹੈ ਅਤੇ ਉਹ ਹੈਗਾ ਰੂਸੋ। ਰੂਸੋ ਨੇ ਕਿਹਾ ਸੀਗਾ ਕਿ ਆਪਣੀ ਜਿਹੜੀ ਫਰਾਂਸੀਸੀ ਲੇਖਕ ਹੈ ਇਸਨੇ ਆਪਣੀ ਪੁਸਤਕ ਸੋਸ਼ਲ ਕੰਟਰੈਕਟ ਦੇ ਵਿੱਚ ਕਿਹਾ ਰਾਜ ਨੂੰ ਇੱਕ ਜਿਹੜੀ ਹੈਗੀ ਜ਼ਰੂਰੀ ਬੁਰਾਈ ਦੱਸਿਆ ਸੀ। ਉਹਨੇ ਕਿਹਾ ਸੀ ਰਾਜ ਇੱਕ ਜ਼ਰੂਰੀ ਬੁਰਾਈ ਹੈ। ਤਾਂ ਅਗਲਾ ਪ੍ਰਸ਼ਨ ਨੰਬਰ 26 ਲੋਕਤੰਤਰੀ ਸਰਕਾਰ ਨੂੰ ਸਭ ਤੋਂ ਉੱਤਮ ਮੰਨਣ ਵਾਲਾ ਮਹਾਨ ਫਰਾਂਸੀਸੀ ਲੇਖਕ ਕੌਣ ਸੀ? ਲੋਕਤੰਤਰੀ ਸਰਕਾਰ ਨੂੰ ਸਭ ਤੋਂ ਉੱਤਮ ਮੰਨਣ ਵਾਲਾ ਮਹਾਨ ਫਰਾਂਸੀਸੀ ਲੇਖਕ ਕੌਣ ਸੀ? ਊੜਾ ਵਾਲਟੇਅਰ, ਆੜਾ ਰੂਸੋ, ਈਡੀ ਮੌਂਟੈਸਕਿਊ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਲੋਕਤੰਤਰੀ ਸਰਕਾਰ ਨੂੰ ਸਭ ਤੋਂ ਉੱਤਮ ਮੰਨਣ ਵਾਲਾ ਮਹਾਨ ਫਰਾਂਸੀਸੀ ਲੇਖਕ ਕੌਣ ਸੀ? ਵਾਲਟੇਅਰ, ਰੂਸੋ, ਮੌਂਟੈਸਕਿਊ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਜਵਾਬ ਹੈ ਮੌਂਟੈਸਕਿਊ। ਲੋਕਤੰਤਰੀ ਸਰਕਾਰ ਨੂੰ ਸਭ ਤੋਂ ਉੱਤਮ ਮੰਨਣ ਵਾਲਾ ਜਿਹੜਾ ਫਰਾਂਸੀਸੀ ਲੇਖਕ ਸੀ ਉਹ ਮੌਂਟੈਸਕਿਊ ਸੀਗਾ। ਤਾਂ ਅਗਲਾ ਪ੍ਰਸ਼ਨ
ਪ੍ਰਸ਼ਨ ਨੰਬਰ 27, ਟੈਨਿਸ ਕੋਰਟ 100 ਦੀ ਮਹਾਨ ਘਟਨਾ ਕਦੋਂ ਹੋਈ ਸੀ? ਊੜਾ 17 ਜੂਨ 1799 ਈਸਵੀ, 14 ਜੁਲਾਈ 1799 ਈਸਵੀ, ਈੜੀ 4 ਅਗਸਤ 1799 ਈਸਵੀ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਟੈਨਿਸ ਕੋਰਟ 100 ਦੀ ਮਹਾਨ ਘਟਨਾ ਕਦੋਂ ਹੋਈ? ਵਿਕਲਪ ਊੜਾ, ਆੜਾ, ਈੜੀ ਜਾਂ ਸੱਸਾ। ਟੈਨਿਸ ਕੋਰਟ 100 ਦੀ ਮਹਾਨ ਘਟਨਾ ਕਦੋਂ ਹੋਈ ਸੀ? ਵਿਕਲਪ ਊੜਾ 17 ਜੂਨ 1799 ਈਸਵੀ, ਵਿਕਲਪ ਆੜਾ 14 ਜੁਲਾਈ 1799 ਈਸਵੀ, ਵਿਕਲਪ ਈੜੀ 4 ਅਗਸਤ 1799 ਈਸਵੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਉੱਤਰ ਹੈ 17 ਜੂਨ 1799 ਈਸਵੀ। ਟੈਨਿਸ ਕੋਰਟ 100 ਦੀ ਮਹਾਨ ਘਟਨਾ ਜਿਹੜੀ ਹੈਗੀ 17 ਜੂਨ 1799 ਈਸਵੀ ਨੂੰ ਹੋਈ ਸੀ। ਪ੍ਰਸ਼ਨ ਨੰਬਰ 28, ਬੈਸਟਿਲ ਦੀ ਤਬਾਹੀ ਦੀ ਮਹਾਨ ਘਟਨਾ ਕਦੋਂ ਹੋਈ ਸੀ? ਬੈਸਟਿਲ ਦੀ ਤਬਾਹੀ ਦੀ ਮਹਾਨ ਘਟਨਾ ਕਦੋਂ ਹੋਈ ਸੀ? ਵਿਕਲਪ ਊੜਾ 17 ਜੂਨ 1799 ਈਸਵੀ, ਵਿਕਲਪ ਆੜਾ 14 ਜੁਲਾਈ 1799 ਈਸਵੀ, ਵਿਕਲਪ ਈੜੀ 4 ਅਗਸਤ 1799 ਈਸਵੀ ਜਾਂ ਸੱਸਾ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਜਵਾਬ ਹੈ 14 ਜੁਲਾਈ 1799 ਈਸਵੀ। ਬੈਸਟਿਲ ਦੀ ਤਬਾਹੀ ਜਿਹੜੀ ਹੈਗੀ ਆ ਉਹ 14 ਜੁਲਾਈ 1799 ਈਸਵੀ ਨੂੰ ਹੋਈ ਸੀ। ਪ੍ਰਸ਼ਨ ਨੰਬਰ 29, ਫਰਾਂਸ ਵਿੱਚੋਂ ਸਾਮੰਤਵਾਦ ਦੇ ਰਸਮੀ ਅੰਤ ਦੀ ਮਹਾਨ ਘਟਨਾ ਕਦੋਂ ਹੋਈ ਸੀ? ਵਿਕਲਪ ਊੜਾ 17 ਜੂਨ 1799 ਈਸਵੀ, ਵਿਕਲਪ ਆੜਾ 14 ਜੁਲਾਈ 1799 ਈਸਵੀ, ਵਿਕਲਪ ਈੜੀ 4 ਅਗਸਤ 1799 ਈਸਵੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਇਸ ਦਾ ਸਹੀ ਜਵਾਬ ਹੈ 4 ਅਗਸਤ 1799 ਈਸਵੀ। ਪ੍ਰਸ਼ਨ ਨੰਬਰ 30, ਫਰਾਂਸ ਦੀ ਕ੍ਰਾਂਤੀ ਨੇ ਫਰਾਂਸ ਦੇ ਲੋਕਾਂ ਦੇ ਜੀਵਨ ਉੱਤੇ ਕੀ ਸਾਰਥਕ ਅਸਰ ਪਾਇਆ? ਫਰਾਂਸ ਦੀ ਕ੍ਰਾਂਤੀ ਨੇ ਫਰਾਂਸ ਦੇ ਲੋਕਾਂ ਦੇ ਜੀਵਨ ਉੱਤੇ ਕੀ ਸਾਰਥਕ ਅਸਰ ਪਾਇਆ? ਊੜਾ ਕੁਲੀਨ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ, ਆੜਾ ਮਨੁੱਖ ਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ ਪੱਤਰ ਜਾਰੀ ਹੋਏ, ਜਾਂ ਈੜੀ ਪ੍ਰੈਸ ਸਾਹਿਤ ਕਲਾ ਆਦਿ ਦਾ ਵਿਕਾਸ, ਸੱਸਾ ਇਹ ਸਾਰੇ। ਫਰਾਂਸ ਦੀ ਕ੍ਰਾਂਤੀ ਨੇ ਫਰਾਂਸ ਦੇ ਲੋਕਾਂ ਦੇ ਜੀਵਨ ਉੱਤੇ ਕੀ ਸਾਰਥਕ ਅਸਰ ਪਾਇਆ? ਵਿਕਲਪ ਊੜਾ ਕੁਲੀਨ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ, ਜਾਂ ਵਿਕਲਪ ਆੜਾ ਮਨੁੱਖ ਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ ਪੱਤਰ, ਵਿਕਲਪ ਈੜੀ ਪ੍ਰੈਸ ਸਾਹਿਤ ਕਲਾ ਆਦਿ ਦਾ ਵਿਕਾਸ, ਵਿਕਲਪ ਸੱਸਾ ਇਹ ਸਾਰੇ। ਤਾਂ ਇਸ ਦਾ ਅਸੀਂ ਸਹੀ ਜਵਾਬ ਲੱਭਣਾ ਹੈ। ਫਰਾਂਸ ਦੀ ਕ੍ਰਾਂਤੀ ਨੇ ਫਰਾਂਸ ਦੇ ਲੋਕਾਂ ਦੇ ਜੀਵਨ ਉੱਤੇ ਕੀ ਸਾਰਥਕ ਅਸਰ ਪਾਇਆ? ਵਿਕਲਪ ਊੜਾ, ਵਿਕਲਪ ਆੜਾ, ਵਿਕਲਪ ਈੜੀ ਜਾਂ ਇਹ ਸਾਰੇ। ਤਾਂ ਇਸ ਦਾ ਸਹੀ ਜਵਾਬ ਹੈ ਇਹ ਸਾਰੇ। ਤਾਂ ਫਰਾਂਸ ਦੀ ਜਿਹੜੀ ਕ੍ਰਾਂਤੀ ਸੀ ਉਸਨੇ ਫਰਾਂਸ ਦੇ ਲੋਕਾਂ ਦੇ ਜੀਵਨ 'ਤੇ ਬੜਾ ਸਾਰਥਕ ਅਸਰ ਪਾਇਆ ਸੀ, ਜਿਹਦੇ 'ਚ ਕੁਲੀਨ ਲੋਕਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਗਈਆਂ ਸੀਗੀਆਂ, ਮਨੁੱਖ ਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਘੋਸ਼ਣਾ ਪੱਤਰ ਜਾਰੀ ਹੋਇਆ, ਪ੍ਰੈਸ ਸਾਹਿਤ ਕਲਾ ਦਾ ਵਿਕਾਸ ਹੋਇਆ। ਤਾਂ ਪਿਆਰੇ ਬੱਚੋ, ਅਸੀਂ ਅੱਜ ਦੀ ਇਸ ਐਕਟੀਵਿਟੀ ਦੇ ਵਿੱਚ ਡੀਡੀ ਪੰਜਾਬੀ ਦੇ ਧੰਨਵਾਦੀ ਹਾਂ। ਅਤੇ ਇਸ ਐਕਟੀਵਿਟੀ ਦੇ ਵਿੱਚ ਅਸੀਂ ਕੁਇਜ਼ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ। ਅਤੇ ਇਹ ਜਿਹੜੀ ਐਕਟੀਵਿਟੀ ਹੈ ਸਾਡੇ ਲਈ ਸ਼੍ਰੀ ਪ੍ਰਭਜੋਤ ਸਿੰਘ BM ਮਲੇਰਕੋਟਲਾ 2 ਜ਼ਿਲ੍ਹਾ ਸੰਗਰੂਰ ਅਤੇ ਪੜ੍ਹੋ ਪੰਜਾਬ ਟੀਮ ਜ਼ਿਲ੍ਹਾ ਸੰਗਰੂਰ ਨੇ ਤਿਆਰ ਕਰਕੇ ਭੇਜੀ ਹੈ। ਅਸੀਂ ਤਹਿ ਦਿਲੋਂ ਉਹਨਾਂ ਦੇ ਧੰਨਵਾਦੀ ਹਾਂ।